ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ 5 ਮੰਗਾਂ ਲਈ ਲਿਖਤੀ ਰੂਪ 'ਚ ਸਹਿਮਤੀ ਦੇਣ ਮਗਰੋਂ ਕਿਸਾਨਾਂ ਨੇ ਫਿਲਹਾਲ ਆਪਣਾ ਅੰਦੋਲਨ ਮੁਲਤਵੀ ਤਾਂ ਕਰ ਦਿੱਤਾ ਹੈ। ਜੇਕਰ ਕਿਸਾਨਾਂ ਦੇ ਗਵਾਉਣ ਤੇ ਪਾਉਣ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਆਪਣਾ ਗੁਆਇਆ ਹੋਇਆ ਆਤਮ ਸਨਮਾਨ ਵਾਪਸ ਪਾ ਲਿਆ ਹੈ। ਹਾਲਾਂਕਿ ਇਸ ਅੰਦੋਲਨ ਦੇ ਦੌਰਾਨ ਕਰੀਬ 700 ਘਰਾਂ ਦੇ ਵਿੱਚ 70 ਵੀ ਵਿਛ ਗਏ ਨੇ, ਪਰ ਕਿਸਾਨਾਂ ਨੇ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਵੀ ਕੀਤਾ ਹੈ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਹੁਕਮਰਾਨ ਭਾਜਪਾ ਨੇ ਇਸ ਇੱਕ ਵਰੇ ਦੌਰਾਨ ਕੀ ਖੱਟਿਆ ਤੇ ਕੀ ਗਵਾਇਆ। ਜੇ ਗੱਲ ਨੁਕਸਾਨ ਦੀ ਕਰੀਏ ਤਾਂ ਇਸ ਨੂੰ 2 ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ, ਵਿੱਤੀ ਘਾਟਾ ਤੇ ਸਿਆਸੀ ਘਾਟਾ। ਵਿੱਤੀ ਨੁਕਸਾਨ ਦੇ ਕੁਝ ਅੰਕੜੇ ਤਾਂ ਸਰਕਾਰ ਨੇ ਆਪ ਹੀ ਸੰਸਦ ਵਿੱਚ ਪੇਸ਼ ਕੀਤੇ ਨੇ। ਇਹ ਖੇਤੀ ਕਾਨੂੰਨ ਕਿੰਨੇ ਚੰਗੇ ਨੇ, ਜਨਤਾ ਦੇ ਵਿਚਕਾਰ ਇਸ ਗੱਲ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੇਂਦਰ ਸਰਕਾਰ ਨੇ 7 ਕਰੋੜ 25 ਲੱਖ ਰੁਪਏ ਇਸ ਸਾਲ ਫਰਵਰੀ ਤੱਕ ਹੀ ਖਰਚ ਦਿੱਤੇ ਸਨ। ਇਸ ਤੋਂ ਇਲਾਵਾ ਖੇਤੀ ਵਿਭਾਗ ਦੇ ਕਿਸਾਨ ਭਲਾਈ ਵਿਭਾਗ ਨੇ ਵੀ 3 ਪ੍ਰਮੋਸ਼ਨਲ ਵੀਡੀਓਜ਼ ਅਤੇ 2 ਐਜੂਕੇਸ਼ਨਲ ਵੀਡੀਓਜ਼ ਬਣਾਉਣ ਵਿੱਚ 67 ਲੱਖ ਰੁਪਏ ਖਰਚ ਕੀਤੇ ਸਨ। ਮਤਲਬ ਇਹ ਕਿ ਨਵੇਂ ਖੇਤੀ ਕਾਨੂੰਨਾਂ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਕੇਂਦਰ ਸਰਕਾਰ ਲਗਭਗ 8 ਕਰੋੜ ਰੁਪਇਆ ਖਰਚ ਚੁੱਕੀ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਟੋਲ ਪਲਾਜ਼ਿਆਂ ਤੇ ਕਿਸਾਨ ਕਈ ਮਹੀਨਿਆਂ ਤੱਕ ਧਰਨਿਆਂ ਤੇ ਬੈਠੇ ਰਹੇ। ਕੇਂਦਰ ਸਰਕਾਰ ਦੇ ਸੜਕ ਆਵਾਜਾਈ ਮੰਤਰੀ ਨੇ ਬਜਟ ਸੈਸ਼ਨ ਦੇ ਦੌਰਾਨ ਲੋਕ ਸਭਾ ਨੂੰ ਦੱਸਿਆ ਕਿ ਅੰਦੋਲਨ ਕਰਕੇ ਕਈ ਟੋਲ ਪਲਾਜ਼ਿਆਂ ਤੋਂ ਟੈਕਸ ਜਮ੍ਹਾਂ ਨਹੀਂ ਹੋਇਆ। ਇਸ ਨਾਲ ਰੋਜ਼ਾਨਾ 1.8 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸਿਰਫ ਟੋਲ ਪਲਾਜ਼ਿਆਂ ਤੋਂ ਹੀ ਇਸ ਸਾਲ 11 ਫਰਵਰੀ ਤੱਕ ਲਗਭਗ 150 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਇਸੇ ਤਰ੍ਹਾਂ ਕਈ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਵੱਖ-ਵੱਖ ਸਮੇਂ ਤੇ ਰੇਲ ਆਵਾਜਾਈ ਨੂੰ ਵੀ ਰੋਕਿਆ। ਪਿਛਲੇ ਸਾਲ ਦੇ ਅੰਤ ਤੱਕ ਕਿਸਾਨ ਅੰਦੋਲਨ ਕਰਕੇ ਰੇਲ ਵਿਭਾਗ ਨੂੰ 2400 ਕਰੋੜ ਦਾ ਨੁਕਸਾਨ ਝੱਲਣਾ ਪਿਆ ਸੀ। ਇਸ ਤੋਂ ਇਲਾਵਾ ਖੇਤੀ ਦੇ ਜਾਣਕਾਰ ਇਹ ਵੀ ਦੱਸਦੇ ਨੇ ਕਿ ਕਿਸਾਨਾਂ ਨੂੰ ਨਵੇਂ ਕਾਨੂੰਨਾਂ ਵਾਸਤੇ ਮਨਾਉਣ ਲਈ ਕੇਂਦਰ ਸਰਕਾਰ ਨੇ ਇਸ ਸਾਲ ਜ਼ਰੂਰਤ ਤੋਂ ਵੱਧ ਕਣਕ ਤੇ ਚੌਲ ਖਰੀਦੇ, ਜਿਸ ਦੀ ਜ਼ਰੂਰਤ ਹਾਲਾਂਕਿ ਨਹੀਂ ਸੀ। ਜਾਣਕਾਰਾਂ ਦੇ ਮੁਤਾਬਕ ਇਹ ਵੀ ਕੇਂਦਰ ਸਰਕਾਰ ਦੇ ਖਜ਼ਾਨੇ ਨੂੰ ਹੋਇਆ ਨੁਕਸਾਨ ਹੀ ਹੈ। ਪਰ ਵਿੱਤੀ ਘਾਟੇ ਨਾਲੋਂ ਵੀ ਜ਼ਿਆਦਾ ਸਿਆਸੀ ਤੌਰ ਤੇ ਭਾਜਪਾ ਨੇ ਜੋ ਇਸ ਇੱਕ ਵਰੇ 'ਚ ਗਵਾਇਆ ਹੈ, ਉਸ ਦੀ ਚਰਚਾ ਕਿਤੇ ਵਧੇਰੇ ਹੈ। ਹਾਲਾਂਕਿ ਖੇਤੀ ਕਾਨੂੰਨ ਵਾਪਸ ਨਾ ਲੈਣ ਪਿੱਛੇ ਭਾਰਤੀ ਜਨਤਾ ਪਾਰਟੀ ਵੱਲੋਂ ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਨੇ। ਖੇਤੀ ਕਾਨੂੰਨ ਤਾਂ ਸਿਰਫ ਇੱਕ ਮੁੱਦਾ ਸੀ। ਪੱਛਮੀ ਉੱਤਰ ਪ੍ਰਦੇਸ਼ 'ਚ ਗੰਨਾ ਕਿਸਾਨਾਂ ਦੀ ਸਮੱਸਿਆ ਅੱਜ ਵੀ ਜਿਉਂ ਦੀ ਤਿਉਂ ਹੈ। ਆਗਰਾ ਤੋਂ ਸੈਫਾਈ ਬੈਲਟ ਵੱਲ ਜਾਈਏ ਤਾਂ ਉੱਥੇ ਆਲੂ ਦੇ ਕਿਸਾਨ ਅੱਜ ਵੀ ਰੋ ਰਹੇ ਨੇ। ਖਾਦ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਨੇ, 1200 ਰੁਪਏ 'ਚ ਵਿਕਣ ਵਾਲੀ ਖਾਦ ਦੀ ਬੋਰੀ ਕਿਸਾਨਾਂ ਨੂੰ 1700 ਤੋਂ ਲੈ ਕੇ 1800 ਰੁਪਏ ਵਿੱਚ ਮਿਲ ਰਹੀ ਹੈ। ਇਹ ਸਾਰੀਆਂ ਗੱਲਾਂ ਮਿਲ ਕੇ ਅੰਦੋਲਨ ਦੀ ਜ਼ਮੀਨ ਤਿਆਰ ਕਰ ਰਹੀਆਂ ਨੇ। ਕਿਸਾਨ ਅੰਦੋਲਨ ਜੇਕਰ ਹੋਰ ਜ਼ਿਆਦਾ ਲੰਬਾ ਸਮਾਂ ਚੱਲਦਾ ਤਾਂ ਉਨਾ ਹੀ ਵਧੇਰੇ ਨੁਕਸਾਨ ਭਾਜਪਾ ਨੂੰ ਝੱਲਣਾ ਪੈਂਦਾ। ਜਾਂ ਫਿਰ ਇੰਜ ਕਹੀਏ ਕਿ ਅੰਦੋਲਨ 1 ਸਾਲ ਵਿੱਚ ਖਤਮ ਹੋਣ ਨਾਲ ਭਾਜਪਾ ਜਿੰਨਾ ਗਵਾ ਸਕਦੀ ਸੀ, ਉਸ ਵਿੱਚੋਂ ਥੋੜਾ ਜਿਹਾ ਉਸਨੇ ਬਚਾ ਲਿਆ ਹੈ। ਜਿਸ ਅੰਦਾਜ਼ ਦੇ ਵਿੱਚ ਇਹ ਬਿੱਲ ਲਿਆਂਦੇ ਗਏ ਅਤੇ ਸੰਸਦ ਦੇ ਵਿੱਚ ਪਾਸ ਕਰਾਏ ਗਏ ਅਤੇ 1 ਸਾਲ ਤੱਕ ਸਰਕਾਰ ਇਹਨਾਂ ਤੇ ਅੜੀ ਰਹੀ, ਇਹ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਭ ਤੋਂ ਵੱਡੀ ਸਿਆਸੀ ਭੁੱਲ ਹੈ। ਇਸ 1 ਸਾਲ 'ਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਐਨਡੀਏ ਦੇ ਸਭ ਤੋਂ ਪੁਰਾਣੇ ਮਿੱਤਰ ਅਕਾਲੀ ਦਲ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ, ਜਿਸ ਕਰਕੇ ਪੰਜਾਬ ਵਰਗੇ ਸੂਬੇ 'ਚ ਭਾਜਪਾ ਦੀ ਪਕੜ ਹੋਰ ਵੀ ਢਿੱਲੀ ਪੈ ਗਈ। ਸੀਨੀਅਰ ਪੱਤਰਕਾਰਾਂ ਦੀ ਜੇਕਰ ਮੰਨੀਏ ਤਾਂ ਉਹ ਕਹਿੰਦੇ ਨੇ ਕਿ ਭਾਜਪਾ ਨੇ ਜੋ ਸਭ ਤੋਂ ਵੱਡੀ ਚੀਜ਼ ਗਵਾਈ ਹੈ ਉਹ ਹੈ ਭਰੋਸਾ। ਹੁਣ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਜੇ ਕਾਨੂੰਨ ਵਾਪਸ ਹੀ ਲੈਣੇ ਸੀ ਤਾਂ 1 ਸਾਲ ਤੱਕ ਉਹਨਾਂ ਨੂੰ ਖੱਜਲ ਕਿਉਂ ਕੀਤਾ ਗਿਆ। ਸਿਆਸੀ ਮਾਹਿਰ ਇਹ ਵੀ ਮੰਨਦੇ ਨੇ ਕਿ ਕਾਨੂੰਨਾਂ ਨੂੰ ਜਿਸ ਤਰੀਕੇ ਨਾਲ ਵਾਪਸ ਲਿਆ ਗਿਆ, ਉਸ ਨਾਲ ਮੋਦੀ ਦੀ ਉਦਾਰ ਦਿੱਖ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੱਚ ਤਾਂ ਇਹ ਹੈ ਕਿ ਨਾ ਤਾਂ ਭਾਜਪਾ ਨੇ ਸਥਿਤੀ ਦਾ ਮੁਲਾਂਕਣ ਸਹੀ ਢੰਗ ਨਾਲ ਕੀਤਾ ਤੇ ਨਾ ਹੀ ਉਹਨਾਂ ਨੂੰ ਕਿਸਾਨਾਂ ਦੀ ਤਾਕਤ ਦਾ ਅੰਦਾਜ਼ਾ ਸੀ। ਇਸੇ ਕਰਕੇ 1 ਸਾਲ ਬਾਅਦ ਉਹਨਾਂ ਨੂੰ ਕਿਸਾਨਾਂ ਅੱਗੇ ਸਰੈਂਡਰ ਕਰਨਾ ਪਿਆ। ਕੁਝ ਜਾਣਕਾਰ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਹਾਰ ਅਤੇ ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਦੇ ਵਿੱਚ ਕੁਝ ਸੂਬਿਆਂ ਵਿੱਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਨੂੰ ਵੀ ਕਿਸਾਨ ਅੰਦੋਲਨ ਕਰਕੇ ਹੋਇਆ ਨੁਕਸਾਨ ਹੀ ਦੱਸ ਰਹੀਆਂ ਨੇ। ਪਰ ਅਸਲ ਪ੍ਰੀਖਿਆ ਤਾਂ ਹੁਣ ਅਗਲੇ ਵਰੇ ਹੋਣ ਵਾਲੀਆਂ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੋਣੀ ਹੈ, ਜਿਨ੍ਹਾਂ ਵਿੱਚ ਪਤਾ ਲੱਗੇਗਾ ਕਿ ਵਾਕਿਆ ਹੀ ਭਾਜਪਾ ਇਹਨਾਂ ਚੋਣਾਂ 'ਚ ਆਪਣੇ ਤੀਲਾ ਹੋਏ ਅਕਸ ਨੂੰ ਸਮੇਟਣ 'ਚ ਕਾਮਯਾਬ ਹੋ ਸਕੀ ਹੈ ਜਾਂ ਨਹੀਂ।